ਸੁਖਬੀਰ ਪ੍ਰੈਸ ਕਾਨਫਰੰਸਾਂ ਕਰਦਾ, ਵੱਡਾ ਬਾਦਲ ਪ੍ਰੈਸ ਕਾਨਫਰੰਸਾਂ ਕਰਦਾ। ਅੱਜ ਕਹਿੰਦੇ ਕਿਸਾਨੀ ਕਾਨੂੰਨ ਦੇ ਅਸੀਂ ਉਹ ਕਰਾਂਗੇ। ਕਾਰਪੋਰੇਟਾਂ ਦੇ ਅੱਗੇ ਗੁਲਾਮ ਬਣਾਉਣ ਦੀਆਂ 100 ਸਕੀਮਾਂ ਆ ਗਈਆਂ। ਫਲਾਣੇ ਨੇ ਪ੍ਰੋਟੈਸਟ ਕੀਤਾ ਜਾਂ ਨਹੀਂ ਕੀਤਾ, ਇਹ ਤਾਂ ਕੋਈ ਇਸ਼ੂ ਨਹੀਂ ਹੈ। ਦੀ ਇਸ਼ੂ ਇਜ਼ ਵੈਦਰ ਯੂ ਬੌਟ ਇਟ। ਅਸੀਂ ਉਹਨੂੰ ਡੀਨੋਟੀਫਾਈ ਕਰ ਰਹੇ ਹਾਂ, ਅਸੀਂ ਉਹਨੂੰ ਰੱਦ ਕਰ ਰਹੇ ਹਾਂ। ਤੁਹਾਡੀ ਨੀਅਤ ਇੱਥੋਂ ਸਾਫ਼-ਸਾਫ਼ ਪਤਾ ਲੱਗਦੀ ਹੈ। ਜੇ ਕਿਸਾਨੀ ਚੁੱਕਣੀ ਹੈ, ਹੋਰ ਤਰੀਕਾ ਕੋਈ ਨਹੀਂ। ਜਾਂ ਮੈਨੂੰ ਸਮਝਾ ਦਿਓ ਵੀ ਇਦੋਂ ਬਿਹਤਰ ਕੋਈ ਤਰੀਕਾ ਹੈ। ਗਾਲਾਂ ਕੱਢ ਲੀਆਂ, ਉੱਚੀ ਬੋਲ ਲਿਆ, ਹੁੱਲੜ ਮਚਾ ਲਿਆ, ਕੋਈ ਸੋਲੂਸ਼ਨ ਦੱਸਦਾ ਹੈ? ਕੋਈ ਗੱਲ ਨਹੀਂ, ਕੋਈ ਨਹੀਂ। ਬੜੇ ਚੰਗੇ ਬੜੇ ਚੰਗੇ ਟਾਈਮ ਦੇ ਉੱਤੇ ਤੁਸੀਂ ਮੈਨੂੰ ਵਾਰਨ ਕਰਤਾ। ਦੇਖੋ ਆਪਾਂ ਕਿਸਾਨੀ ਦੀ ਗੱਲ, ਕਿਉਂਕਿ ਅੱਜ ਮੁੱਦਾ ਕਿਸਾਨੀ ਦਾ ਚੱਲਦਾ ਹੈ, ਫਿਰ ਮੈਂ ਅੰਦਰ ਬੋਲ ਕੇ ਤੁਹਾਡੇ ਨਾਲ ਪੀਪੀਐਸ ਦੀ ਵੀ ਗੱਲ ਔਰ ਅੰਦਰ ਹੀ ਖੋਲੂ ਇਹਨਾਂ ਦੇ ਪੋਤੇ। ਲਾਸਟ 5 ਸਾਲ ਤੋਂ ਮੈਂ ਕਹਿ ਰਿਹਾ ਕਿ ਜੋ ਧਰਨੇ ਲੱਗ ਰਹੇ ਨੇ, ਜੋ ਇਹ ਕਿਸਾਨੀ ਮੂਵਮੈਂਟ ਹੈ, ਇਹ ਸਿੰਪਟਮ ਨੇ, ਇਲਾਜ ਨਹੀਂ ਹੈ। ਜੇ ਕਿਸਾਨੀ ਕਾਨੂੰਨ ਅਸੀਂ ਰੱਦ ਕਰਾ ਵੀ ਲਏ, ਕਰਾਂਗੇ, ਰੱਦ ਹੋ ਜਾਣਗੇ। ਅੱਜ ਵੀ ਸੁਸਾਈਡ ਚੱਲ ਰਹੇ, ਤਾਂ ਵੀ ਇਹ ਗਾਰੰਟੀ ਨਹੀਂ ਕਰਦਾ ਕਿ ਕਿਸਾਨੀ ਉੱਠ ਖੜੂਗੀ। ਤੁਸੀਂ ਦੱਸ ਦਿਓ ਜੋ ਮੈਂ ਕਹਿ ਰਿਹਾ ਉਹ ਸਹੀ ਹੈ ਕਿ ਨਹੀਂ। ਆਮਦਨ ਘਟ ਰਹੀ ਹੈ ਸਾਹਿਬ, ਆਮਦਨ ਘਟ ਰਹੀ ਹੈ, ਕਰਜ਼ਾ ਵੱਧ ਰਿਹਾ, ਪਾਣੀ ਡਾਊਨ ਹੋ ਰਿਹਾ, ਤੇ 20 ਸਾਲ ਤੋਂ ਚੱਲ ਰਿਹਾ। Therefore I am saying ਕਿ protests and farm suicides are symptoms of the ongoing agriculture crisis। ਇਹ ਖਤਰੇ ਦੀਆਂ ਘੰਟੀਆਂ ਨੇ ਕਿ ਲੋਕ ਵਿਸ਼ਵਾਸ ਖੋ ਚੁੱਕੇ ਹੈ। ਮੈਂ ਪੁੱਛਣਾ ਚਾਹੁੰਦਾ, ਔਰ ਮੈਂ ਗੱਲ ਪਾਰਟੀਆਂ ਤੋਂ ਉੱਤੇ ਉੱਠ ਕੇ ਕਰ ਰਿਹਾ, ਪੰਜਾਬ ਦੀ ਕਰ ਰਿਹਾ। ਮੈਂ ਪੁੱਛਣਾ ਚਾਹੁੰਦਾ, ਐਗਰੀਕਲਚਰ ਪਾਲਿਸੀ ਸਟੇਟ ਦੀ ਲਾਸਟ 20 ਸਾਲਾਂ ਤੋਂ ਇਹ ਜੀ ਕਿਹੜੀ ਪਾਲਿਸੀ ਆਈ ਹੈ ਜਿਹਨੇ ਕਿਸਾਨੀ ਦੀ ਪ੍ਰੋਡਕਟਿਵਿਟੀ ਨੂੰ ਵਧਾਉਣ ਦੀ ਗੱਲ ਕੀਤੀ ਹੋਵੇ? ਇੱਕ ਦੱਸ, ਪਿਛਲੇ 20 ਸਾਲਾਂ 'ਚ ਇੱਕ ਦੱਸ ਦਿਓ ਜਿਹੜੀ ਕਿਸਾਨੀ ਦੀ ਪ੍ਰੋਡਕਟਿਵਿਟੀ ਨੂੰ ਵਧਾਉਂਦੀ ਹੋਵੇ। ਇੱਕ ਦੱਸ ਦਿਓ। ਕੋਈ ਮਾਰਕੀਟਿੰਗ ਟ੍ਰੇਡਿੰਗ ਫੈਸਿਲਿਟੀ ਵਧਾਉਣ ਦੀ ਗੱਲ ਕੀਤੀ ਹੋਵੇ ਕਿਸੇ ਨੇ? ਕਿਸੇ ਨੇ ਕੋਈ ਨੀਤੀ ਦੀ ਗੱਲ ਕੀਤੀ ਹੋ ਟੂ ਇਨਕਰੀਜ਼ ਇਨਕਮ, ਟੂ ਇਨਕਰੀਜ਼ ਪ੍ਰੋਡਕਟਿਵਿਟੀ, ਟੂ ਇਨਕਰੀਜ਼ ਮਾਰਕੀਟਿੰਗ ਟ੍ਰੇਡਿੰਗ? ਕੋਈ ਮੈਨੂੰ ਕੋਈ ਦੱਸ ਦਿਓ। ਹਾਂ, ਕਾਰਪੋਰੇਟਾਂ ਦੇ ਅੱਗੇ ਗੁਲਾਮ ਬਣਾਉਣ ਦੀਆਂ 100 ਸਕੀਮਾਂ ਆ ਗਈਆਂ। ਔਰ ਮੈਂ ਫੇਰ ਠੋਕ ਕੇ ਕਹਿ ਰਿਹਾ ਕਿ ਇਹ 2013 ਦਾ ਕੰਟਰੈਕਟ ਫਾਰਮਿੰਗ ਐਕਟ ਪ੍ਰਕਾਸ਼ ਸਿੰਘ ਬਾਦਲ ਲੈ ਕੇ ਆਇਆ ਸੀ, ਹੂ ਬਹੂ ਕਾਪੀ। ਇਹਨੂੰ ਦੁਬਾਰਾ ਰਿਪੀਟ ਕਰਨ ਦੀ ਲੋੜ ਤਾਂ ਨਹੀਂ, ਸਾਰਾ ਤੁਸੀਂ ਸੁਣ ਲਿਆ, ਤੁਹਾਨੂੰ ਪਤਾ ਹੀ ਹੈ। ਹੁਣ ਇਹਦੇ 'ਚ ਇਹ ਫਲਾਣੇ ਨੇ ਪ੍ਰੋਟੈਸਟ ਕੀਤਾ ਜਾਂ ਨਹੀਂ ਕੀਤਾ, ਇਹ ਤਾਂ ਕੋਈ ਇਸ਼ੂ ਨਹੀਂ ਹੈ। ਦੀ ਇਸ਼ੂ ਇਜ਼ ਵੈਦਰ ਯੂ ਬੌਟ ਇਟ। ਅਸੀਂ ਉਹਨੂੰ ਡੀਨੋਟੀਫਾਈ ਕਰ ਰਹੇ ਹਾਂ, ਅਸੀਂ ਉਹਨੂੰ ਰੱਦ ਕਰ ਰਹੇ ਹਾਂ। ਤੁਹਾਡੀ ਨੀਅਤ ਇੱਥੋਂ ਸਾਫ਼-ਸਾਫ਼ ਪਤਾ ਲੱਗਦੀ ਹੈ। ਔਰ ਇਹ ਡਿੱਟੋ ਦਾ ਡਿੱਟੋ, ਬਸ ਇੰਨਾ ਹੀ ਹੈ ਕਿ ਜਿਹੜੀ ਸੈਂਟਰ ਦੀ ਸਰਕਾਰ ਹੈ ਉਹਨਾਂ ਨੇ ਕੈਦ ਨਹੀਂ ਰੱਖੀ, ਇਹਨਾਂ ਨੇ ਕੈਦ ਰੱਖੀ। ਇਹਨਾਂ ਨੇ ਉਹਦੇ 'ਚ ਕੈਦ ਰੱਖੀ ਹੈ ਕਿਸਾਨ ਦੇ ਲਈ, ਸਮਝੋ। ਬਾਕੀ ਸਾਰਾ ਕੁਝ ਡਿੱਟੋ ਹੈ। ਇਹਦੇ 'ਚ ਮੈਂ ਸਭ ਤੋਂ ਇੰਪੋਰਟੈਂਟ ਚੀਜ਼ ਹਾਈਲਾਈਟ ਕਰਨਾ ਚਾਹੁੰਦਾ, 108 ਫਸਲਾਂ ਨੋਟੀਫਾਈ ਕੀਤੀਆਂ ਅਲਾਉਡ ਫॉर ਸੇਲ। ਉਹਦੇ 'ਚ ਇੱਕ ਤੇ ਐਮਐਸਪੀ ਨਹੀਂ। ਜਿਹੜਾ ਬੰਦਾ ਅੱਜ ਕਹਿ ਰਿਹਾ ਵੀ ਮੈਂ ਸਾਰੀਆਂ ਤੇ ਐਮਐਸਪੀ ਦਊਂ, ਇੱਕ ਤੇ ਐਮਐਸਪੀ ਨਹੀਂ। ਜਿਨ੍ਹਾਂ ਤੇ ਦੋਹਾਂ ਤੇ ਐਮਐਸਪੀ ਸੀ ਵੀ, ਜਿਹੜੀਆਂ ਸਰਕਾਰੀ ਖਰੀਦ 'ਚ ਚੱਕਣ ਵਾਲੀਆਂ ਨੇ, ਕਣਕ ਤੇ ਝੋਨਾ, ਉਹਦੇ 'ਚ ਵੀ ਪ੍ਰੋਵੀਜ਼ਨ ਹੈ ਵੀ ਜਿਹੜਾ ਪ੍ਰਾਈਵੇਟ ਟ੍ਰੇਡਰ ਹੈ ਇਹ ਤੋਂ ਘੱਟ ਲਊਗਾ। ਇਹ ਗੱਲ ਕਰਦੇ ਆ ਕਿਸਾਨੀ ਦੀ। ਹਾਂਜੀ, ਮਤਲਬ ਇਟ ਇਜ਼, ਇਸ ਤੋਂ ਵੱਡਾ ਕੋਈ ਪ੍ਰੂਫ ਨਹੀਂ। 3 ਥਾਵਾਂ ਤੇ ਸਾਈਨ ਕੀਤੇ ਹਰਸਿਮਰਤ ਨੇ, 3 ਥਾਵਾਂ ਤੇ ਐਜ਼ ਮਿਨਿਸਟਰ ਆਰਡੀਨੈਂਸਾਂ ਤੇ ਸਾਈਨ ਕੀਤੇ, ਫਿਰ ਕੈਬਨਿਟ 'ਚ ਸਾਈਨ ਕੀਤੇ। 3 ਥਾਵਾਂ ਤੇ ਮੁੱਕਰਦੇ ਦਿਖਾਓ। ਸੁਖਬੀਰ ਪ੍ਰੈਸ ਕਾਨਫਰੰਸਾਂ ਕਰਦਾ, ਵੱਡਾ ਬਾਦਲ ਪ੍ਰੈਸ ਕਾਨਫਰੰਸਾਂ ਕਰਦਾ। ਅੱਜ ਕਹਿੰਦੇ ਕਿਸਾਨੀ ਕਾਨੂੰਨ ਦੇ ਅਸੀਂ ਉਹ ਕਰਾਂਗੇ, ਤਾਂ ਹੀ ਇਹਨਾਂ ਨੇ ਦਿੱਤਾ। ਪੈਂਦੀ ਮਨਸ਼ਾ ਦੀ ਗੱਲ ਕਰਨਾ।
ਅੱਜ ਅਸੀਂ ਕਹਿੰਦੇ ਆ कि 3 ब्लैक लॉ कदे इंप्लीमेंट नहीं होंगे। मैं अंदर भी कहा, लेकिन की पंजाब ने कदे सोचा कि जो असी खाने असी उगाने किते? मैनूं दस दो किसे ने पंजाब दे विच राइस ते जिहड़ी डिपेंडेंस है वो तो पासे होने की गल की है? कोई पॉलिसी लियांदी है? कोई ऐसी फसल दी इंसेंटिव दिती है कि असी राइस तो पासे हो जाइए? मैं कह रहा तुहानूं, क्योंकि यही पंजाब मॉडल दे विच पॉलिसी है किसानी नूं खड़ा करन दी। और इहदे विच कोई किसान वीर मेरे नाल बैठ जे ते मैं उहदे नाल बैठ के कहूँगा भी जे वो बेहतर कर सकदा मैं उहदे मगर तुरूं, पर ये करांगे। मैं अगे तुहानूं कह रहा, सुन लो, वाई एनी अदर क्रॉप वॉज नॉट इंसेंटिवाइज्ड, कि पंजाब दी सरकार नूं होर फसल इंसेंटिव नहीं देण दी लोड़। अगी डाइवर्सिफिकेशन, देखो सर, दालां होण, ऑयल सीड्स होण, अज दी गल नहीं करदा मैं, करोड़ां रुपए दे इंपोर्ट करदे हो, करोड़ां दे, जे वो करोड़ भी अड रख लो तां भी तुसीं एक जोन बना सकदे हो जिੱਥੇ तुसीं दालां उगा सकदे हो। वो साडे अधिकार खोंदे आ, और ये कैटेगोरिकल स्टेटमेंट है मेरी, वो साडे अधिकार खोंदे आ और साडे अधिकार खो के वो कानून बनाउंदे आ। वो साडे अधिकार ने, असीं खेती ते कानून बनाए, दसो किहड़ा कानून बनाया पंजाब ने अज तक? चलो दसो कि पंजाब ने खेती नूं चुकण वास्ते पिछले 25 सालां च किहड़ा कानून बनाया भाई? नेम वन, नेम वन। फिर कहते खेती चक दो। 13,000 करोड़ बजट है पंजाब का सर, 13,000 करोड़ रुपया बजट है, बड़ा वड्डा लगता है, बड़ा जबरदस्त बजट है। 7,000 करोड़ वो बिजली की सबसिडी है, 4-4,500 करोड़ तनख्वाह ने, कितना हो गया? 11.5। ते बाकी उके पुके ऑफिसों के खर्चे पा के बचता की है? 1,500 करोड़। की पंजाब बॉर्डर एरिए दे लई अगे 10 पैसे पाउंदा हुंदा सी? 90-10 स्कीम सी गवर्नमेंट ऑफ इंडिया दी, ते कर्जे लैके कर्जा सरकार चलदी है। कर्जा लिया ते कर्जे नाल मोड़ता, फिर कर्जा लिया कर्जे नाल मोड़ता, कर्जा लैके ट्यूबवैल लाया, पानी कढ़िया, कर्जा चढ़ाया, पानी भी गया। 1 किलो झोना लाण लई, और असीं पीडीएस लई दिंदे आ, सानूं वरतिया फिर सिटिया, 1 किलो झोना लाण लई 5,000 लीटर पानी चाहिए। सोच लो, जो झोना ला के बाहर भेज दो, कितनियां SYL बाहर एक्सपोर्ट करती, कहने SYL पानी नहीं जान देना, कितनियां SYL बाहर चलिएंगे साहब, तुम सोचो। इस करके मैं गल्लां कर रहा कि यह रोड मैप चाहिए। APMC मंडी की गल करते हैं साहब, APMC मंडी की कहते मोनोपली है, असीं उत्थे प्राइवेट ट्रेडर खड़ा करना चाहते हैं, और प्राइवेट ट्रेडर खड़ा करके असीं चाहते हैं भी किसान नूं विकल्प मिले। मैं पुछना इन्हां नूं, और मतलब छाती ठोक के पुछदा कि भाई जदों आड़तीआ APMC की मंडी च जांदा है, वो रजिस्टर्ड है और बैंक गारंटी लैके जांदा, बैंक गारंटी, और वो बैंक गारंटी हुंदी है भी जे कोई डिफॉल्ट हुंदा तो स्टेट की सरकार उन्होंने पैसे देगी। तो जदों कोई पैन कार्ड लैके जांदा इन्हां दा बंदा, जिन्होंने आन तो दिता नहीं असी, पर जे जांदा तो किहड़ी बैंक गारंटी है उहदे कोल? ते जे किसान डिफॉल्ट करदा कित्थों दऊ? वो ऐं लुट चल रही है। जिथे जिथे इन्होंने यूरोप का फेल्ड सिस्टम साडे देश च थोपिया, किसान लेबरर बन गया, लेबर करता किसान। उत्थे बिहार देख लो जाके, बिहार दे होर मैं नाम नहीं लेना चाहता स्टेटां दे। दिस इज व्हाट इज हैपनिंग सर। APMC दी मंडी मोनोपली नहीं है, ये डेमोक्रेटिक अदारा है। कोई इलेक्शन होया, इलेक्शन होना चाहिए। मार्केट कमेटियां कोई इलेक्शन होया, इलेक्शन होना चाहिए। ये डेमोक्रेटिक अदारा है। हुण तो सरपंच भी नॉमिनेट होने लगे। ये मंडियां सानू 5-5 हज़ार करोड़ रुपया दिंदियां ने,
ਕਦੋਂ ਹੋਈ ਹੈ ਇਲੈਕਸ਼ਨ? ਜਦੋਂ ਮੈਂ ਕੋਆਪਰੇਟਿਵ ਫਾਰਮਿੰਗ ਦੀ ਗੱਲ ਕਰਦਾ, ਮੈਂ ਕੋਆਪਰੇਟਿਵ ਫਾਰਮਿੰਗ ਜ਼ਮੀਨ ਦੀ ਕੋਆਪਰੇਟਿਵ ਨਹੀਂ ਗੱਲ ਕਰਦਾ, ਮੈਂ ਕੋਆਪਰੇਟਿਵ ਫਾਰਮਿੰਗ ਉਹ ਗੱਲ ਕਰਦਾ ਕਿ ਜਦੋਂ ਕਿਸਾਨ ਆਪਣੀ ਫਸਲ ਵੇਚਣ ਜਾਵੇ ਉਦੋਂ ਕੋਆਪਰੇਟਿਵ ਬਣਾਵੇ। ਤੇ ਜਦੋਂ ਉਦੋਂ ਕੋਆਪਰੇਟਿਵ ਬਣਾਵੇ, ਅਮੂਲ ਦੇਖੋ, ਅਮੂਲ ਦੇ ਨਾਲ ਤੁਸੀਂ ਅੱਜ ਵੇਰਕਾ ਦੇਖੋ, ਛੋਟਾ ਜਾਂ ਵੱਡਾ ਕੋਈ ਵੀ ਪ੍ਰੋਡਿਊਸਰ ਹੈ ਉਹਨੂੰ ਇੱਕ ਰੇਟ ਮਿਲਦਾ। ਸਾਰੇ ਕਿਸਾਨ ਇਕੱਠੇ ਹੋ ਕੇ ਅਗਰ ਉਹ ਕੋਆਪਰੇਟਿਵ ਦਾ ਅਦਾਰਾ ਬਣਾ ਲੈਣ ਤੇ ਉਹ ਆਪਣੇ ਰੇਟ ਆਪ ਫਿਕਸ ਕਰ ਸਕਦੇ ਆ ਸਾਹਿਬ, ਉਹ ਆਪਣੇ ਰੇਟ ਆਪ ਫਿਕਸ ਕਰ ਸਕਦੇ ਆ। ਇੰਪੋਰਟੈਂਟ ਗੱਲਾਂ ਕਰ ਰਹੇ ਆ। ਅੱਜ ਮਟਰ ਲੈ ਕੇ ਜਾਂਦਾ ਕਿਸਾਨ, ਉਹ 4 ਰੁਪਏ ਕਿਲੋ ਵਿਕਦਾ ਤੇ ਸ਼ਾਮ ਨੂੰ 25 ਰੁਪਏ ਪਰਚੂਨ ਦੀ ਦੁਕਾਨ ਤੇ ਵਿਕਦਾ। ਤੇ ਜੇ ਉਹਨੇ ਮਟਰ ਸਟੋਰੇਜ ਵਾਲਾ ਵਾਪਸ ਲੈਣਾ 4 ਮਹੀਨਿਆਂ ਨੂੰ, ਉਹਨੂੰ ਉਹੀ ਮਟਰ 50 ਰੁਪਏ ਦੇਣਗੇ। ਟਮਾਟਰ ਦੇਖ ਲਓ, ਦੁਨੀਆ ਦੇ ਵਿੱਚ ਕੋਈ ਐਸਾ ਅਦਾਰਾ ਜਿੱਥੇ ਬੰਦਾ ਆਪਣੀ ਜਿਹੜਾ ਚੀਜ਼ ਵੇਚ ਰਿਹਾ ਉਹਦੀ ਪ੍ਰਾਈਸ ਫਿਕਸ ਨਾ ਕਰੇ। ਤਾਂ ਮੈਂ ਕਹਿੰਦਾ ਕਿ ਭਾਈ ਕੋਆਪਰੇਟਿਵ ਬਣਾ ਦਿਓ, ਤਾਂ ਮੈਂ ਕਹਿੰਦਾ ਕੋਲਡ ਸਟੋਰੇਜ ਬਣਾ ਦਿਓ 5-5 ਪਿੰਡਾਂ ਦੇ, ਤਾਂ ਮੈਂ ਕਹਿੰਦਾ ਜੇ ਕਿਸਾਨੀ ਚੁੱਕਣੀ ਹੈ ਹੋਰ ਤਰੀਕਾ ਕੋਈ ਨਹੀਂ, ਜਾਂ ਮੈਨੂੰ ਸਮਝਾ ਦਿਓ ਵੀ ਇਦੋਂ ਬਿਹਤਰ ਕੋਈ ਤਰੀਕਾ ਹੈ। ਗਾਲਾਂ ਕੱਢ ਲੀਆਂ, ਉੱਚੀ ਬੋਲ ਲਿਆ, ਹੁੱਲੜ ਮਚਾ ਲਿਆ, ਕੋਈ ਸੋਲੂਸ਼ਨ ਦੱਸਦਾ ਹੈ? ਕੋਈ ਰੋਡ ਮੈਪ ਦਿੰਦਾ ਹੈ? ਕੋਈ ਇਹ ਕਹਿੰਦਾ ਵੀ ਇਦਾਂ ਕਿਸਾਨੀ ਠੀਕ ਆਉਂਦੀ ਹੈ? ਜਿਹੜਾ ਦਿੱਤਾ ਵੀ ਸੀ ਹੱਕ ਕਮੇਟੀ ਉਦਾਂ ਦੀ ਉਦਾਂ ਧੂੜ ਪਈ ਹੈ, ਉਹ ਸੈਂਡ ਮਾਈਨਿੰਗ ਉਦਾਂ ਦੀ ਉਦਾਂ ਪਈ ਹੈ, ਕੇਬਲ ਦੇ ਉੱਤੇ ਕਾਨੂੰਨ ਉਦਾਂ ਦਾ ਉਦਾਂ ਪਿਆ, LR ਦੇ ਧੱਕੇ ਖਾਂਦਾ। ਸਾਰੇ ਨਿਕਲਣਗੇ। ਘੱਟ ਤੋਂ ਘੱਟ 20 ਤੋਂ 25 ਹਜ਼ਾਰ ਕਰੋੜ ਰੁਪਈਆ ਪੰਜਾਬ ਸਾਲ ਦਾ ਕਮਾਊ। ਲਿਖ ਲਓ, 10,000 ਕਰੋੜ ਤਾਂ L1 ਦੇ ਲਾਇਸੈਂਸਾਂ ਤੋਂ ਆਊ, ਤੇ ਮਿਨੀਮਮ 10 ਤੁਸੀਂ ਵੈਟ ਲਾ ਕੇ ਜੇ ਸਰਕਾਰੀ ਡਿਸਟਿਲਰੀਆਂ ਕਰਤੀਆਂ ਤੇ ਉਹ 35 ਕਮਾਉਂਦੇ ਆ ਤਾਂ ਤੁਸੀਂ 10 ਤੇ ਕਮਾਓਗੇ, 15 ਤੇ ਕਮਾਓਗੇ। ਆਊ। ਇਹ ਠੇਕੇਦਾਰੀ ਨੇ ਮਾਰਿਆ ਪੰਜਾਬ, ਠੇਕੇਦਾਰੀ। ਜਿੱਥੇ ਜਿੱਥੇ ਠੇਕੇਦਾਰੀ ਹੈ, ਮੈਂ ਤੁਹਾਨੂੰ ਐਗਜ਼ਾਮਪਲ ਦੇਣਾ। ਤੇਲੰਗਾਨਾ ਪਹਿਲੇ ਸਾਲ ਠੇਕੇਦਾਰੀ ਦੇ ਵਿੱਚ ਰੇਤਾ ਕਮਾਉਂਦਾ ਹੈ 10 ਕਰੋੜ ਰੁਪਈਆ, ਅਗਲੇ ਸਾਲ ਠੇਕੇਦਾਰੀ ਸਿਸਟਮ ਅਬੋਲਿਸ਼ ਕਰਦਾ ਹੈ 400 ਕਰੋੜ, ਉਦੋਂ ਅਗਲੇ 800 ਕਰੋੜ, ਉਦੋਂ ਅਗਲੇ ਸਾਲ 1200 ਕਰੋੜ, ਅੱਜ ਇੱਕ ਹਫ਼ਤੇ 'ਚ 50 ਕਰੋੜ। ਤੇ ਇਹੀ ਇੰਚਾਰਜ ਸੀ ਲੰਬੂ। ਇਹ ਅਕਾਲੀ ਦਲ ਵਾਲਿਆਂ ਨੇ 40 ਕਰੋੜ ਰੁਪਈਆ ਇੱਕ ਸਾਲ ਦਾ ਜਮ੍ਹਾਂ ਕਰਾਇਆ, 10 ਸਾਲ ਲਗਾਤਾਰ, 10 ਸਾਲ। ਉੱਥੇ ਇੱਕ ਦਰਿਆ 300 ਕਿਲੋਮੀਟਰ, ਉਹ ਕਮਾਉਂਦੇ ਆ 50 ਕਰੋੜ ਇੱਕ ਹਫ਼ਤੇ 'ਚ। ਇਹਨਾਂ ਨੇ ਜਮ੍ਹਾਂ ਕਰਾਇਆ 40 ਕਰੋੜ ਇੱਕ ਸਾਲ 'ਚ। ਤੇ ਸਾਡੇ ਕੋਲ 1300 ਕਿਲੋਮੀਟਰ ਦਰਿਆ, 170 ਸਾਲ। ਅੱਜ ਸਾਡੀ ਸਰਕਾਰ ਨੇ ਰੇਟ ਫਿਕਸ ਕੀਤੇ ਰੇਤੇ ਦੇ। ਜੇ ਰੇਟ ਫਿਕਸ ਕੀਤੇ ਹੁੰਦੇ, ਰੇਤਾ 1200 ਟਰਾਲੀ ਮਿਲਦਾ, 1200 ਰੁਪਏ, 1000 ਰੁਪਏ, 900 ਰੁਪਏ। ਗਰੀਬ ਘਰ ਬਣਾਉਂਦਾ, ਇਕਨੋਮੀ ਖੜੀ ਹੁੰਦੀ। ਹੋਰ ਸੁਣੋ, ਜਿੰਨੇ ਸਰਕਾਰੀ ਅਦਾਰੇ ਦੀਆਂ ਸੜਕਾਂ ਬਣਦੀਆਂ, ਬਿਲਡਿੰਗਾਂ ਬਣਦੀਆਂ, ਉੱਥੇ ਇੰਸਟਰਕਸ਼ਨ ਹੈ ਵੀ ਤੁਸੀਂ ਸਰਕਾਰੀ ਖੱਡ ਤੋਂ ਰੇਤਾ ਲਓਗੇ, ਕੋਈ ਪਰਚੀ ਨਹੀਂ ਅੱਜ ਤੱਕ। ਇੱਕ ਟਰੱਕ ਇੰਪਾਊਂਡ ਨਹੀਂ ਹੋਇਆ। 2015 ਦੇ ਵਿੱਚ ਇਹਨਾਂ ਨੇ ਨੋਟੀਫਿਕੇਸ਼ਨ ਕੀਤੀ ਵੀ ਜਿਸ ਟਰੱਕ ਦੇ ਵਿੱਚ ਰੇਤਾ ਗਲਤ ਫਿਰੇ ਉਹਨੂੰ ਇੰਪਾਊਂਡ ਕਰਾਓ। 25,000 ਦੇ ਰੇਤੇ ਪਿੱਛੇ ਕੋਈ ਇੰਪਾਊਂਡ ਕਰਾਊ? ਇੱਕ ਟਰੱਕ ਇੰਪਾਊਂਡ ਨਹੀਂ ਹੋਇਆ। ਕੀ ਦਿਖਾਉਂਦਾ ਹੈ? ਮੈਂ ਅੱਗੇ ਚੱਲ ਰਿਹਾ ਸਰ। ਵਿਦਆਊਟ ਰਿਸੋਰਸਿਸ, ਚਾਹੇ ਉਹ ਕੈਪਟਨ ਸਾਹਿਬ ਦਾ ਘਰ ਘਰ ਰੋਜ਼ਗਾਰ ਸੀ, ਚਾਹੇ ਉਹ ਕੇਜਰੀਵਾਲ ਸਾਹਿਬ ਦੀ 26 ਲੱਖ ਨੌਕਰੀ ਸੀ, ਨਹੀਂ ਹੋਣੀ। ਮੈਂ ਪੁੱਛਦਾ, ਤੁਸੀਂ 26 ਲੱਖ ਦੀ ਗੱਲ ਕਰਦੇ ਹੋ, 1 ਲੱਖ ਅਸਾਮੀ ਪੰਜਾਬ 'ਚ ਖਾਲੀ ਪਈ। ਚਲੋ ਤੁਹਾਨੂੰ ਪਤਾ ਨਾ, 1 ਲੱਖ ਅਸਾਮੀ ਪੰਜਾਬ 'ਚ ਖਾਲੀ ਪਈ ਹੈ ਸਾਹਿਬ, ਕਿਉਂ ਨਹੀਂ ਭਰੀ? ਫਿਰ ਸਭ ਤੋਂ ਸੌਖਾ ਤਰੀਕਾ ਇਲੈਕਸ਼ਨ ਜਿੱਤਣ ਦਾ। ਇੱਕ ਬੰਦੇ ਨੂੰ ਨੌਕਰੀ ਮਿਲਦੀ ਹੈ, 5 ਬੰਦੇ ਇੱਕ ਪਰਿਵਾਰ ਦੇ ਨੇ, ਅੱਗੇ 50 ਨੂੰ ਦੱਸਦੇ ਆ, ਕਿਉਂ ਨਹੀਂ ਭਰਤੀ? 2000 ਕਰੋੜ ਜੇ ਹੋਵੇ, ਇੱਕ ਟੀਚਰ ਧਰਨਾ ਨਹੀਂ ਦੇਊਗਾ। ਭਾਈ ਤੋਂ ਪੁੱਛ ਲਓ ਤਾਂ ਕਹਿੰਦਾ 1000 ਹੀ ਨਹੀਂ ਮੁੱਕਦਾ।
एक सड़क ते नहीं आएगा। We have no surplus funds. You're headed the wrong way. ਤੇ ਮੈਂ ਤੇ ਚੰਨੀ ਬਾਈ ਚਾਹੇ ਈਕੋਸਿਸਟਮ ਦੀ ਗੱਲ ਕਰੋ ਚਾਹੇ ਹੋਰ ਗੱਲ ਕਰੋ, ਇਹ ਰੋਡ ਮੈਪ ਤਿਆਰ ਹੋਏਗਾ ਸਾਹਿਬ। ਤੁਸੀਂ ਇੰਡਸਟਰੀ ਦੀ ਗੱਲ ਕਰਦੇ ਹੋ, ਤੁਸੀਂ ਈਕੋਸਿਸਟਮਸ ਦੀ ਗੱਲ ਕਰਦੇ ਹੋ, ਤੁਸੀਂ ਕਹਿੰਦੇ ਹੋ ਇਨਵੈਸਟਰ ਆਵੇ, ਤੁਸੀਂ ਕਹਿੰਦੇ ਹੋ ਇਨਵੈਸਟ ਕਰੇ। ਉਹ ਮੈਂ ਕਹਿੰਦਾ ਇਹ ਸਵਾਲ ਬਦਲੋ, ਇਹ ਸਵਾਲ ਬਦਲ ਦਿਓ ਔਰ ਕਹੋ ਕਿ ਜਿਹੜੇ 50 ਬੰਦੇ ਪੰਜਾਬ ਨੂੰ ਛੱਡ ਕੇ ਬਾਹਰ ਇੰਡਸਟਰੀਆਂ ਲਾਉਂਦੇ ਆ, ਭਾਵੇਂ ਪਲੈਨਿੰਗ ਬੋਰਡ ਦੇ ਚੇਅਰਮੈਨ ਹੀ ਹੋਣ, ਬਾਹਰ ਇੰਡਸਟਰੀਆਂ ਲਾਉਂਦੇ, ਉਹਨੂੰ ਪੁੱਛੋ ਬਾਹਰ ਗਿਆ ਕਿਉਂ ਤੂੰ, ਇਹੀ ਪੁੱਛ ਲਓ, ਤੁਹਾਨੂੰ ਦੱਸੂ ਵੀ ਕਿਉਂ ਗਿਆ ਮੈਂ ਬਾਹਰ ਤੇ ਹੱਲ ਨਿਕਲੂ। ਆ ਗਿਆ ਜੀ ਇਨਵੈਸਟਰ ਕਰ ਫਲਾਨਾ ਹੋ ਗਈ ਜੀ, ਓਏ ਹੋ ਗਏ, ਡੋਕੇ ਨਹੀਂ ਆਉਂਦੇ। ਦੇਖ ਲਓ ਉਹਨਾਂ ਦੀ ਇਨਵੈਸਟਮੈਂਟ, ਦੇਖ ਲਓ ਬਾਦਲਾਂ ਦੀ, ਦੇਖ ਲਓ, ਕਿਸੇ ਨੂੰ ਵਿਸ਼ਵਾਸ ਹੀ ਹੈ ਨਹੀਂ। ਦੱਸੋ ਨਾ ਮੈਨੂੰ, ਮੈਂ ਜੋ ਕਹਿ ਰਿਹਾ ਝੂਠ ਹੈ? ਪੁੱਛੋ ਉਸ ਇੰਡਸਟਰੀਅਲਿਸਟ ਨੂੰ ਜਿਹੜਾ ਪੰਜਾਬ ਛੱਡ ਕੇ ਚਲਿਆ ਗਿਆ, ਪੁੱਛੋ ਕਿ ਪੰਜਾਬ ਇੰਡਸਟਰੀ 'ਚ ਨੰਬਰ 1 ਤੋਂ ਅੱਜ 26 ਨੰਬਰ 18 ਨੰਬਰ 26 ਨੰਬਰ ਕਿਉਂ ਚਲਾ ਗਿਆ, ਤੇ ਹਿਮਾਚਲ ਵਰਗੇ ਸੂਬੇ, ਹਰਿਆਣੇ ਵਰਗੇ ਸੂਬੇ ਤਾਂ ਕਿਉਂ ਚੜ ਗਏ 7 ਨੰਬਰ ਤੇ? ਇਹ ਮੁੱਦੇ ਨੇ ਸਾਹਿਬ, ਮੈਨੂਫੈਕਚਰਿੰਗ ਸੈਕਟਰ ਦੇ, ਸਰਵਿਸ ਸੈਕਟਰ ਦੇ, ਐਡੀਸ਼ਨਲ ਸੋਰਸਸ ਆਫ ਇਨਕਮ ਦੇ। ਇਹਨਾਂ ਮੁੱਦਿਆਂ ਵੱਲ ਕੌਣ ਝਾਕਦਾ ਹੈ? ਬਾਹਰ ਜਾ ਰਹੇ ਹੈ ਨੌਜਵਾਨ, अपॉर्चुनिटी है नहीं साहब। ਤੇ ਜੋ अपॉर्चुनिटी है नहीं ਤੇ ਕੀ ਕਰੂ ਕੋਈ? ਤੇ ਮੈਨੂੰ ਦੱਸ ਦਿਓ ਯਾਰ, ਸਰਦਾਰ ਮਨਮੋਹਨ ਸਿੰਘ ਨੇ ਕਿੱਦਾਂ ਖੜਾ ਕੀਤਾ ਸੀ ਸਾਡਾ ਸਟੇਟ ਇੰਡੀਆ, ਕਿੱਦਾਂ ਖੜਾ ਕੀਤਾ ਸੀ? ਜਿੱਥੇ ਜਿੱਥੇ ਜਿਹੜੀ ਸਪੈਸ਼ਲਿਟੀ ਸੀ, ਜਿਹਦਾ ਬੇਸ ਸੀ, ਉਹਨੂੰ ਖੜਾ ਕਰਤਾ ਉਹਨੇ। ਹਰਿਆਣੇ ਉੱਥੇ ਲੁਧਿਆਣੇ ਹੌਜਰੀ ਸੀ, ਉਹਨੇ ਹੌਜਰੀ ਖੜੀ ਕਰਤੀ। ਨਿਟਿੰਗ ਸੀ, ਉੱਥੇ ਖੜੇ ਕਰ। ਅੰਮ੍ਰਿਤਸਰ ਲੂਮ ਸੀ, ਲੂਮ ਖੜੇ ਹੋ ਗਏ ਉੱਥੇ ਹੀ, ਉਸੇ ਬੇਸ ਨੂੰ। ਜਲੰਧਰ ਸਪੋਰਟਸ ਦੀ ਇੰਡਸਟਰੀ ਸੀ, ਉਹ ਚੱਲਦੀ ਸੀ, ਥਾੜ ਕਰਤੀ। ਤੁਸੀਂ ਦੱਸੋ ਕਿੱਥੇ ਹੈ, ਕਿਹੜੀ ਇੰਡਸਟਰੀ? ਇਨਵੈਸਟਮੈਂਟ, ਕੈਪੀਟਲ ਇਨਵੈਸਟਮੈਂਟ ਫਾਰਮਰ ਦੇ ਲਈ ਕਿੱਥੇ ਹੈ? ਇਹ ਮੁੱਦੇ ਨੇ ਸਾਹਿਬ, ਇਹੀ ਹੈ। ਹੁਣ ਕਾਸਟ ਹੈ, ਕਾਸਟ ਨੂੰ ਕਿੱਦਾਂ ਪੂਰਾ ਕਰੋਗੇ ਜਦ ਤੱਕ ਤੁਹਾਡੇ ਕੋਲ ਫੰਡ ਨਹੀਂ? ਮੈਂ ਕਹਿ ਦੇਣਾ ਜੀ ਮੈਂ ਤੁਹਾਨੂੰ ਮਤਲਬ 1 ਰੁਪਏ ਦਊਂ, 800 ਯੂਨਿਟ ਸਾਰੇ ਪੰਜਾਬ ਨੂੰ ਫਰੀ ਕਰ ਦੂੰ। ਗੱਲਾਂ ਨਾਲ ਹੋਊ, ਸੋਰਸਿਸ ਨਾਲ ਹੋਊ ਸਾਹਿਬ। ਜੇ ਰਿਕੁਆਇਰਮੈਂਟ ਦੇਖੀਏ ਈਟੀਟੀ ਟੀਚਰਾਂ ਦੀ, ਡਾਕਟਰਾਂ ਦੀ, ਐਨਪੀਐਸ ਦੀ, 1 ਲੱਖ ਜੌਬ ਦੀ, 25,000 ਕਰੋੜ ਤੋਂ ਉੱਤੇ ਬਣਾ। 15,000 ਕਰੋੜ ਮਿਨੀਮਮ ਹੈ, ਕਿਤੇ 19,000 ਆਉਂਦਾ, ਕਿਤੇ 15,000। ਪੈਨਸ਼ਨਰ ਨਾਲ, ਡਾਕਟਰਾਂ ਦਾ ਪੇਇੰਗ ਅਲਾਊਂਸ, ਤਾਂ ਹੀ ਤੇ ਹਾਏ ਹਾਏ ਹੁੰਦੀ ਫਿਰਦੀ ਹੈ। ਇਹ ਕੈਸ਼ ਟ੍ਰੈਪ। ਤੇ ਹੁਣ ਮੈਂ ਆਉਣਾ ਬਿਜਲੀ ਤੇ। ਵਾਈਟ ਪੇਪਰ ਰਿਲੀਜ਼ ਨਹੀਂ ਹੋਇਆ? ਹਾਂਜੀ ਨਹੀਂ ਹਾਂ, ਚਲੋ ਫਿਰ ਮੈਂ ਇਹ ਜਿਹੜੀ ਬਿਜਲੀ ਵਾਲਾ ਮੁੱਦਾ ਹੈ ਇਹਨੂੰ 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 हाँ बिल्कुल ले लेता हूँ सर, बिल्कुल बिल्कुल ले लेता हूँ, क्योंकि मेरा मेन मुद्दा यहाँ आने का एक्चुअली वाइट पेपर और बिजली भी साथ में था, पर चलो वो दे देना। देखिए साहब, हम लोग
डिबेट हो सकती है, डिसेंट हो सकती है, आप डिसएग्री कर सकते हैं, लेकिन यार कितने पैसे खर्च हो रहे हैं, लोगों की कितनी आस है। अब तो तुमने मांगा, भाई भगवंत ने कहा, यहां आम आदमी पार्टी वालों ने कहा, इन्होंने कहा कि सैशन बुलाओ, हमने बुला लिया यार। फिर अगर सैशन बुलाया है यार, ਤੁਸੀਂ किसानी ਤੇ ਗੱਲ ਕਰੋ ਨਾ। ਇਹਨਾਂ ਗੱਲਾਂ ਨਾਲ ਕਿੱਦਾਂ ਪੰਜਾਬ ਦਾ ਮਸਲਾ ਕੋਈ ਹੱਲ ਹੁੰਦਾ ਯਾਰ। मतलब एक दूजे ਨਾਲ तू मैं हाउस रोकता, ओ यार लोग देख रहे हैं, मैंने तो चंगा लगता है, लोग देख रहे हैं। मैं इसे करके कहना कि 4 दिन ਜਦੋਂ ਪਈਆਂ ਨਾ ਠੋਕ ਕੇ ਲੋਕਾਂ ਤੋਂ, ਪੰਜਾਬ ਦਿਆਂ ਤੋਂ, ਵੀ ਤੁਸੀਂ ਕਰਦੇ ਕੀ ਹੋ, ਪਬਲਿਕ ਮਨੀ ਨੂੰ ਵੇਸਟ ਕਿਦਾਂ ਕਰਦੇ ਹੋ, ਤੇ ਆਪੇ ਬੰਦੇ ਦੇ ਪੁੱਤ ਬਣ ਜਾਣਗੇ। ਇਹ ਲਾਈਵ ਹੋਣਾ ਚਾਹੀਦਾ। ਜੇ ਲੋਕ ਸਭਾ ਲਾਈਵ ਹੁੰਦੀ ਹੈ, ਦੇਖੋ ਮੈਂ ਤੇ ਉਸ ਦਿਨ ਵੀ ਕਿਹਾ ਸੀ ਵੀ ਭਾਈ ਕੀ ਲੁਕੋ ਰਹੇ ਹਾਂ ਅਸੀਂ, ਭਾਈ ਪੰਜਾਬ ਦੇ ਲੋਕਾਂ ਤੋਂ ਅਸੀਂ ਕੀ ਲੁਕੋ ਰਹੇ ਹਾਂ, ਚੁਣੇ ਨੁਮਾਇੰਦੇ ਆ ਉੱਥੇ ਦਾ। ਤੇ ਇੰਪੋਰਟੈਂਟ ਸਵਾਲ ਆ ਤਾਂ ਲੈ ਲਓ ਨਾ, ਇੱਕ ਦੋ ਸਵਾਲ ਲੈ ਲਓ। 2013 ਦਾ ਐਕਟਾਂ 'ਚ ਰੱਦ ਕਰਨ ਦੀ ਗੱਲ ਕੀਤੀ ਗਈ ਹੈ ਕਿ 2017 ਦਾ ਏਪੀਐਮਸੀ ਐਕਟ ਜਿਸ ਕਾਂਗਰਸ ਨੇ ਸੋਚ ਕੀਤੀ ਹੈ, ਉਸ ਨੂੰ ਰੱਦ ਕਰਨ ਦੇ ਲਈ ਕੀ ਕਾਰਵਾਈ ਕੀਤੀ ਜਾਏਗੀ? ਸਾਹਿਬ ਮੈਂ ਕੇਜਰੀਵਾਲ ਸਾਹਿਬ ਨੂੰ ਕਿਹਾ ਕਿ ਤੁਸੀਂ ਨੋਟੀਫਾਈ ਕੀਤਾ ਕਿ ਨਹੀਂ ਇਹਨਾਂ ਚੋਂ ਜਿਹੜੀ ਪ੍ਰਾਈਵੇਟ ਮੰਡੀ ਹੈ। ਫਿਰ ਤੁਸੀਂ ਬਿੱਲ ਪਾੜਤੇ, ਅੱਜ ਮੈਂ ਹਾਊਸ 'ਚ ਗਿਆ, ਫਿਰ ਤੁਸੀਂ ਬਿੱਲ ਫਾੜਤੇ। ਸਵਾਲ ਇੰਨਾ ਹੀ ਹੈ ਵੀ ਤੁਸੀਂ ਡੀ ਨੋਟੀਫਾਈ ਕੀਤਾ ਕਿ ਨਹੀਂ ਕੀਤਾ। ਇਹ ਗੱਲ ਨੂੰ ਸਮਝ ਲਓ। ਜਿਹੜਾ ਉਹ ਹੈਗਾ, ਉਹਦੇ 'ਚ ਤੁਸੀਂ ਐਮਐਸਪੀ ਦੀ ਗੱਲ ਕਿੱਥੇ ਦਿਖਾ ਦਿਓ ਮੈਨੂੰ। ਉਹ ਸਬਜ਼ੀਆਂ ਵਾਸਤੇ ਹੈ ਤੇ ਦੂਸਰੀਆਂ ਉਹਨਾਂ ਵਾਸਤੇ ਹੈ। ਦਿਖਾ ਦਿਓ ਮੈਨੂੰ ਵੀ ਉਹਦੇ 'ਚ ਕਣਕ ਤੇ ਝੋਨੇ ਦੀ ਕੋਈ ਉਹ ਹੋਵੇ। ਮੈਂ ਕਹਿੰਦਾ ਬਿਲਕੁਲ ਦੇਖੋ ਤੁਸੀਂ ਅੱਜ ਸਾਰਾ ਕੁਝ ਚੱਕਤਾ। ਮੈਂ ਉਸੇ ਦੀ ਉਹ ਗੱਲ ਕਰ ਰਿਹਾ, ਮੈਂ ਛੋਟੇ ਭਾਈ ਉਸੇ ਦੀ ਉਹ ਗੱਲ ਕਰ ਰਿਹਾ। ਤੁਸੀਂ ਉਹਨੂੰ ਧਿਆਨ ਨਾਲ ਪੜੋ, ਤੁਹਾਨੂੰ ਪਤਾ ਲੱਗ ਜਾਊਗਾ। ਉਹਦੇ 'ਚ ਕੋਈ ਐਮਐਸਪੀ ਦੀ ਕੋਈ ਉਹ ਨਹੀਂ ਹੈ, ਰੁਕਾਵਟ ਨਹੀਂ ਹੈ। ਜਿਹੜੀ ਕਣਕ ਝੋਨੇ ਦੀ ਉਹਦੇ 'ਚ ਕੋਈ ਉਹ ਨਹੀਂ। ਕਿਤੇ ਮੁੱਖ ਮੰਤਰੀ ਸਾਹਿਬ ਇਸ ਕਰਕੇ ਬੋਲੇ ਕਿ ਮੁੱਖ ਮੰਤਰੀ ਸਾਹਿਬ ਨੂੰ, ਅੱਜ ਮੈਂ ਕਹਿ ਰਿਹਾ ਮੁੱਖ ਮੰਤਰੀ ਨੂੰ ਕਿਸਾਨਾਂ ਦਾ ਦਰਦ ਹੈ, ਤੇ ਜੇ ਕਿਸਾਨਾਂ ਦਾ ਦਰਦ ਹੈ ਉਹ ਚਾਹੁੰਦਾ ਵੀ ਡਿਬੇਟ ਹੋਵੇ, ਤੇ ਤੁਸੀਂ ਡਿਬੇਟ ਨੂੰ ਜਦੋਂ ਤੁਸੀਂ ਇਹੋ ਜਿਹੇ ਲੈਵਲ ਤੇ ਲੈ ਜਾਂਦੇ ਹੋ, ਤੇ ਫਿਰ ਮੈਨੂੰ ਤੁਸੀਂ ਦੱਸੋ ਕਿ ਕੋਈ ਭਾਈ ਬੀਐਸਐਫ ਤੇ ਮੈਂ ਯਾਰ ਉਸ ਦਿਨ 20 ਮਿੰਟ ਬੋਲਿਆ, ਹੁਣ ਦੁਬਾਰਾ ਕਰਾਉਣਾ। I have said what he is. I have said. ਓਕੇ ਫਿਰ No, I have told you. ਦੇਖੋ ਮੈਂ ਤੁਹਾਨੂੰ ਕੀ ਕਿਹਾ, ਜਿੱਥੇ ਅੱਜ ਮੈਂ ਕਹਿਣਾ ਸੀ ਉੱਥੇ ਮੈਂ ਜੋ ਕੋਈ ਚੰਗਾ ਕਰਦਾ ਮੈਂ ਉਹਦੀ ਤਾਰੀਫ ਕਰਦਾ। ਦੇ ਅੱਜ ਮੈਂ ਕਿਹਾ ਕਿ ਨਹੀਂ ਕਿਹਾ? ਥੈਂਕ ਯੂ। ਚਲੋ ਹੁਣ ਟਾਈਮ ਹੋ ਗਿਆ। ਤੇ ਮੈਂ ਕਿਹਾ ਕਿ ਤੁਸੀਂ ਕਹਿੰਦੇ ਹੋ ਕਿ ਨਹੀਂ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜਦੋਂ ਵਾਟਰ ਟਰਮੀਨੇਸ਼ਨ ਹੋਇਆ ਸੀ, ਦੱਸੋ, ਤੇ ਜਦੋਂ ਸੀਏਏ ਆਇਆ, ਸੀਏਏ ਐਨਆਰਸੀ ਜਿਹੜਾ ਸੀਗਾ, ਜਦੋਂ ਉਹ ਆਇਆ ਤੇ ਅਸਾਮ ਖੜਾ ਹੋ ਗਿਆ, ਦਿੱਲੀ ਖੜਾ, ਸਾਰੇ ਖੜੇ ਹੋ ਗਏ ਕਿ ਨਹੀਂ ਕਰਨ ਦਿੰਦੇ ਅਸੀਂ। ਉਹ ਜੁਰਿਸਡਿਕਸ਼ਨ 'ਚ ਸੀ। ਸਵਾਲ ਜੁਰਤ ਦਾ ਹੈ, ਸਵਾਲ ਮੋਟਿਵ ਦਾ ਹੈ, ਸਵਾਲ ਇੰਟੈਂਟ ਦਾ ਹੈ। ਚਲੋ ਸੈਸ਼ਨ 'ਚ ਉੱਠ ਕੇ ਆਇਆ ਯਾਰ, ਸੈਸ਼ਨ 'ਚ ਉੱਠ ਕੇ ਆਇਆ।